ਹਾਲੇਲੂਇਆ। ਧੰਨਵਾਦ, ਉਹ ਧੰਨਵਾਦ ਪਰਮੇਸ਼ਰ ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ ਕਰੋ, ਸਾਡੇ ਕਰਜ਼ਿਆਂ ਨੂੰ ਮਾਫ ਕਰੋ। ਅਸੀਂ ਵੀ ਹਰ ਕਰਜ਼ਾਈ ਨੂੰ ਮਾਫ ਕਰਦੇ ਹਾਂ। ਸਵਰਗੀ ਪਿਤਾ, ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਆਮੀਨ। ਇਹ ਮੇਰੇ ਪਰਮੇਸ਼ਰ ਤੇਰਾ ਧੰਨਵਾਦ ਕਰਦੀ, ਸ਼ੁਕਰ ਕਰਦੀ ਹਾਂ ਮੇਰੇ ਪਰਮੇਸ਼ਰ। ਹਾਲੇਲੂਇਆ ਹਾਲੇਲੂਇਆ। ਸਾਰੀ ਕਲੀਸਿਆ ਨੂੰ, ਸਾਰੀ ਸੰਗਤ ਨੂੰ, ਪ੍ਰੇਮੀ ਜਨਾਂ ਨੂੰ ਮੈਂ ਪ੍ਰੇਜ਼ ਦਾ ਲੋੜ ਕਹਿੰਦੀ ਔਰ ਜੀ ਆਇਆਂ ਕਹਿੰਦੀ ਹਾਂ। ਜਿੰਨੇ ਵੀ ਪਰਮੇਸ਼ਰ ਦੇ ਬੱਚੇ, ਪਰਮੇਸ਼ਰ ਦੀਆਂ ਰੂਹਾਂ ਤੜਫਦੀਆਂ ਹੋਈਆਂ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਭੁੱਖ ਆ, ਪਰਮੇਸ਼ਰ ਨੂੰ ਮਿਲਾਪ ਕਰਨ ਦੀ ਭੁੱਖ ਆ, ਉਹ ਇਸ ਗੀਤਾਂ ਨੂੰ ਇਹ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਹੈ ਨਾ। ਅਸੀਂ ਇਹਨਾਂ ਨੂੰ ਗੀਤ ਸਮਝਦੇ ਹਾਂ, ਲੋਕ ਇਹਨਾਂ ਨੂੰ ਸਭ ਗੀਤ ਹੀ ਸਮਝਦੇ ਆ, ਪਰ ਜਿਹੜੇ ਸਾਨੂੰ ਟੁੰਬ ਕੇ ਪਰਮੇਸ਼ਰ ਵੱਲ ਨੂੰ ਲੈ ਜਾਣ, ਉਹ ਬ੍ਰਹਮ ਦੀ ਵਿਚਾਰ, ਪਰਮੇਸ਼ਰ ਦੀ ਵਿਚਾਰ ਹੁੰਦੀ ਆ। ਜਿਵੇਂ ਔਰੰਜ ਖਾਧਾ ਜਾਵੇ ਤੇ ਔਰੰਜ 'ਚੋਂ ਜੂਸ ਕੱਢਿਆ ਜਾਵੇ ਤੇ ਉਹ ਜੂਸ ਔਰੰਜ ਦਾ ਹੀ ਹੁੰਦਾ ਆ, ਉਹਦਾ ਅਸਰ ਹੋਰ ਵੀ ਹੁੰਦਾ ਆ। ਤਾਂ ਹੀ ਪ੍ਰਭੂ ਨੇ ਕਿਹਾ ਵਰਸ਼ਿਪ ਜਿਹੜੀ ਆ, ਜਿਹੜਾ ਕੀਰਤਨ ਆ, ਜਿਹੜਾ ਵਰਸ਼ਿਪ ਆ, ਇਹ ਬਹੁਤ ਹੀ ਮਹਾਨਤਾ ਰੱਖਦਾ ਆ। ਤੇ ਇਸ ਕਰਕੇ ਇਹ ਜਿਹੜੇ ਗੀਤ ਆ, ਇਹ ਅੱਜ ਤੋਂ ਮੈਂ ਜਿਵੇਂ ਆਪਣੀ ਟੈਸਟਮਨੀ ਵਿੱਚ ਦੱਸਿਆ ਸੀ ਕਿ 50 ਸਾਲ ਪਹਿਲਾਂ ਮੇਰੀ ਬਹੁਤ ਉਮਰ ਜਵਾਨੀ ਵਾਲੇ ਦੇ ਵਿੱਚ ਬਿਲਕੁਲ 20-18 ਸਾਲ ਦੀ ਉਮਰ ਸੀ ਜਦ ਦੇ ਇਹ ਗੀਤ ਗਾਏ ਹੋਏ ਆ। ਮੇਰੇ ਪਰਮੇਸ਼ਰ ਨੇ ਮੇਰੇ ਮੂੰਹ ਤੋਂ, ਮੇਰੇ ਬੁੱਲ੍ਹਾਂ 'ਚੋਂ ਬੁਲਾਏ ਹੋਏ ਆ। ਔਰ ਫਿਰ ਬਹੁਤ ਚਿਰ ਪਏ ਰਹੇ। ਫਿਰ ਉਸ ਤੋਂ ਬਾਅਦ 15 ਸਾਲ ਇਹਨਾਂ ਨੂੰ ਰਿਕਾਰਡਿੰਗ ਕੀਤਿਆਂ ਨੂੰ ਵੀ ਹੋ ਗਿਆ ਸਟੂਡੀਓ ਦੇ ਵਿੱਚ। 4 ਗੀਤ ਰਿਕਾਰਡਿੰਗ ਕਰਾਏ। ਔਰ ਪਰਮੇਸ਼ਰ ਦੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਇੱਕ ਬੁੱਕ ਵੀ ਛਪੀ ਸੀਗੀ। ਪਰਮੇਸ਼ਰ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਇੱਕ ਜੈਸੀ ਕਰਨੀ ਵੈਸੀ ਭਰਨੀ ਮੂਵੀ ਵੀ ਬਣਾਈ, ਡਰਾਮਾ ਟਾਈਪ। ਉਹ ਵੀ ਮੈਂ ਇੱਕ ਦਿਨ ਪਰਮੇਸ਼ਰ ਮਿਹਰ ਕਰੂਗਾ, ਯਿਸੂ ਮਸੀਹ ਮਿਹਰ ਕਰਨਗੇ, ਮੇਰਾ ਪਰਮੇਸ਼ਰ ਮਿਹਰ ਕਰੂਗਾ, ਯਹੋਵਾ ਮਿਹਰ ਕਰੂਗਾ, ਤੇ ਉਹ ਵੀ ਹੌਲੀ ਹੌਲੀ ਉਹਦੇ ਪਾਰਟ ਵੀ ਵਿੱਚ ਮੈਂ ਜ਼ਰੂਰ ਤੁਹਾਨੂੰ ਰੱਖੂੰਗੀ ਕਿ ਕਿਸ ਤਰ੍ਹਾਂ ਮੇਰੀ ਲਗਨ ਜਿਹੜੀ ਸੀਗੀ। ਮੈਂ ਆਪ ਜੀ ਨੂੰ ਟੈਸਟਮਨੀ ਸੁਣਾ ਚੁੱਕੀ ਹਾਂ ਕਿ ਮੇਰੀ ਪਰਮੇਸ਼ਰ ਦੇ ਨਾਲ ਲਗਨ ਸੀਗੀ, ਭੁੱਖ ਸੀਗੀ, ਤੜਫ ਸੀਗੀ। ਉਸ ਤੜਫ ਦੇ ਵਿੱਚੋਂ ਇਹ ਗੀਤ ਨਿਕਲੇ ਸੀਗੇ। ਤੇ ਗੁਰਬਾਣੀ ਦੇ ਨਾਲ ਮੇਰਾ ਇੰਨਾ ਪਿਆਰ ਸੀ ਕਿ ਗੁਰਬਾਣੀ ਨੂੰ ਹੀ ਮੈਂ ਨਿਰੰਕਾਰ ਮੰਨਦੀ ਸੀ। ਇਸ ਕਰਕੇ ਭਾਈ ਗੁਰਦਾਸ ਦੀ ਬਾਣੀ ਨੂੰ, ਉਹਦੇ ਵਿੱਚ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਆ। ਤੇ ਉਹਦੇ ਵਿੱਚੋਂ ਵੀ ਭਾਈ ਗੁਰਦਾਸ ਜੀ ਜਦੋਂ ਬੋਲਦੇ ਆਪਣੀ ਬਾਣੀ ਵਿੱਚ ਤੇ ਕਹਿੰਦੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਗਿਆਨ ਪ੍ਰਾਣੀ। ਹੁਣ ਇਹਨਾਂ ਹੀ ਸੋਚਿਓ ਕਿ ਸੂੰਗੜ ਨਾ ਜਾਇਆ ਕਰੋ, ਦੂਜੇ ਗ੍ਰੰਥਾਂ ਦੀ ਗੱਲ ਨੂੰ ਸੁਣ ਕੇ ਇੱਕ ਦੂਜੇ ਤੋਂ ਨਫ਼ਰਤ ਨਾ ਕਰਿਆ ਕਰੋ। ਕਿਉਂ ਕਿ ਜੇ ਕੰਧ ਤੇ ਲਿਖਿਆ ਵੀ ਸਾਨੂੰ ਕੋਈ ਚੰਗਾ ਲਫ਼ਜ਼ ਮਿਲ ਜਾਏ ਤੇ ਉਹਨੂੰ ਲੈ ਲਿਆ ਕਰੋ, ਉਹਨੂੰ ਆਪਣੇ ਅੰਦਰ ਲੈ ਜਾਇਆ ਕਰੋ ਕਿ ਇਹ ਸਾਨੂੰ ਪਰਮੇਸ਼ਰ ਨਾਲ ਜੋੜਦਾ ਆ। ਪਰ ਇਹ ਤਾਂ ਗੁਰਬਾਣੀ ਆ, ਇਹ ਤਾਂ ਨਿਰੰਕਾਰ ਦੇ ਭੇਜੇ ਹੋਏ ਪਰਮੇਸ਼ਰ ਦੇ ਬੰਦੇ ਆ, ਜਿਨ੍ਹਾਂ ਨੇ ਇਹ ਗੁਰਬਾਣੀ ਸਾਨੂੰ ਦਰਸਾਈ ਕਿ ਉਹਦੇ ਸੱਚੇ ਦੀਆਂ ਗੱਲਾਂ ਆ। ਇਹ ਪਰਮੇਸ਼ਰ ਦੇ ਲਈ, ਪਰਮੇਸ਼ਰ ਦੇ ਸੁਭਾਅ ਦੀਆਂ ਗੱਲਾਂ ਦੱਸੀਆਂ ਕਿ ਉਹਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਆ। ਤੇ ਇਸ ਕਰਕੇ ਅਸੀਂ ਜੇ ਕੋਈ ਸਿੱਖਿਆ ਲੈਣੀ ਹੈ ਨਾ, ਇੱਕ ਘਾਹ ਦੀ ਤਿੜ ਤੋੜ ਕੇ ਬਹਿ ਜਾਓ ਤੇ ਉਹਦੇ ਕੋਲੋਂ ਲੈ ਲਓ। ਹਰੀ ਹਰੀ ਘਾਹ ਦੀ ਤਿੜ ਤੋੜੋ ਤੇ ਬੈਠ ਜਾਓ ਤੇ ਤੂੰ ਘਾਹ ਦੀ ਤਿੜ ਤੈਨੂੰ ਮੈਂ ਬਣਾ ਨਹੀਂ ਸਕਦਾ, ਭਾਵੇਂ ਮੈਂ ਹਵਾਈ ਜਹਾਜ਼ ਉਡਾਉਂਦਾ ਫਿਰਦਾ ਆ, ਭਾਵੇਂ ਮੈਂ ਕਿੱਡਾ ਪੜ੍ਹਿਆ ਲਿਖਿਆ ਫਿਲੋਸਫਰ ਆ, ਮੈਂ ਡਾਕਟਰ ਆ, ਮੈਂ ਵਕੀਲ ਆ, ਮੈਂ ਕੁਛ ਆ, ਮੈਂ ਇੰਜੀਨੀਅਰ ਆ, ਮੈਂ ਹਵਾਈ ਜਹਾਜ਼ਾਂ ਨੂੰ ਉਡਾਉਂਦਾ ਆ, ਬਣਾਉਂਦਾ ਆ। ਇੰਨਾ ਦਿਮਾਗ, ਪਰ ਦਿਮਾਗ ਤੇਰਾ ਨਹੀਂ ਬੰਦਿਆ, ਦਿਮਾਗ ਤੇਰੇ ਵਿੱਚ ਜਿਹੜਾ ਬੈਠਾ ਉਹਦਾ ਆ। ਤੇਰੇ ਦੇ 'ਚ ਆਕਾਰ ਮਿੱਟੀ ਦਾ ਬਣਾ ਕੇ ਭਾਂਡਿਆ, ਮਿੱਟੀ ਦੇ ਭਾਂਡਿਆ ਤੇਰੇ ਵਿੱਚ ਉਹ ਬੈਠਾ ਆ। ਉਹਦੀ ਨੌਲੇਜ ਕੰਮ ਕਰਦੀ, ਤੇਰੀ ਨਹੀਂ ਕੀ ਕਰਦੀ, ਉਹਦੀ ਕਰਦੀ ਆ। ਇਹ ਸਭ ਕੁਛ ਜੋ ਗਾਇਆ ਮੇਰੇ ਪਰਮੇਸ਼ਰ ਨੇ ਮੈਨੂੰ ਦੇਣ ਦਿੱਤੀ। ਹਰਭਜਨ ਕੌਰ ਨੇ, ਕੋਈ ਬੀਬੀ ਨੇ ਨਹੀਂ ਗਾਇਆ। ਇਹ ਮੇਰੇ ਪਰਮੇਸ਼ਰ ਦੀ ਦੇਣ ਦਿੱਤੀ ਹੋਈ। ਅੱਜ ਤੱਕ ਇਹ ਬੰਦ ਸ਼ੈਤਾਨ ਨੇ ਏਦਾਂ ਰੱਖੀ ਕਰਕੇ ਗੰਢ ਦੇ ਕੇ ਰੱਖ ਛੱਡੀ। ਅੱਜ ਇਹ 50 ਸਾਲ ਬਾਅਦ ਬਾਹਰ ਨਿਕਲੀ। 50 ਸਾਲ ਬਾਅਦ ਪ੍ਰਭੂ ਨੇ ਮਿਹਰ ਕੀਤੀ ਤਾਂ ਇਹ ਨਿਕਲੀ, ਨਹੀਂ ਤੇ ਮੇਰੇ ਵਰਗੇ ਨੇ ਇਹਨੂੰ ਕਿੱਥੇ ਕੱਢਣਾ ਸੀਗਾ। ਮੈਨੂੰ ਤੇ ਸਮਝ ਨਹੀਂ ਆਉਂਦੀ। ਮੇਰੇ ਪਰਮੇਸ਼ਰ ਨੇ ਮੈਨੂੰ ਰੂੜੀ ਤੋਂ ਚੁੱਕ ਕੇ ਪਤਵੰਤ ਤੇ ਸੱਜਣਾ ਦੇ ਵਿੱਚ ਬਿਠਾ ਦਿੱਤਾ ਆ, ਭਰਿਆ ਹੋਇਆ ਅੰਦਰ। ਕਿਤੇ ਬੁਲਬਲੇ ਜਿਹੜੇ ਸੀਗੇ ਉਹ ਵੰਡੇ ਨਹੀਂ ਜਾਂਦੇ ਸੀਗੇ। ਕਿੱਥੇ ਵੰਡਾਂ, ਕਿਉਂਕਿ ਇੰਨਾ ਟਾਈਮ ਮੈਨੂੰ ਕੌਣ ਦੇਵੇ। ਪਰ ਮੇਰਾ ਪਰਮੇਸ਼ਰ, ਮੈਂ ਕਹਿੰਦੀ ਹੁੰਦੀ ਸੀ ਗੁਰੂ ਗ੍ਰੰਥ ਸਾਹਿਬ ਕੋਲ ਬੈਠੀ ਕਿ ਮੈਨੂੰ ਪਰਮੇਸ਼ਰ ਤੂੰ ਇੰਨਾ ਟਾਈਮ ਦਿੰਦਾ ਆ, ਮੈਨੂੰ ਦੁਨੀਆ ਦੇ ਲੋਕ ਤਾਂ ਇੰਨਾ ਟਾਈਮ ਨਹੀਂ ਦੇ ਸਕਦੇ, ਕਿਉਂਕਿ ਮੈਂ ਆਪਣੇ ਆਪ ਨੂੰ ਸੁਣਾਉਂਦੀ ਰਹਿੰਦੀ ਸੀ।
ਬਾਕੀ ਪ੍ਰੇਮੀ ਜਨ ਆਉਂਦੇ ਹੁੰਦੇ ਸੀ ਬੈਠ ਕੇ ਤੇ ਘੰਟਿਆਂ ਦੇ ਘੰਟੇ ਸੁਣਦੇ ਸੀ। ਬਹੁਤ ਪਿਆਰ ਸੰਗਤ ਮੈਨੂੰ ਦਿੰਦੀ ਸੀ, ਐਸੀ ਗੱਲ ਨਹੀਂ। ਮਗਰ ਫਿਰ ਵੀ ਜਿੰਨਾ ਜਦੋਂ ਤੁਸੀਂ ਬੈਰਾਗੀ ਹੋ ਜਾਂਦੇ ਆ ਤੇ ਬੋਰੇ ਜਿਹੇ ਹੋ ਜਾਂਦੇ ਆ, ਤੁਹਾਨੂੰ ਪਤਾ ਨਹੀਂ ਲੱਗਦਾ ਘੰਟਿਆਂ ਦੇ ਘੰਟੇ ਕਿੱਥੇ ਬੀਤ ਗਿਆ, ਟਾਈਮ ਕਿੱਧਰ ਨੂੰ ਚਲੇ ਗਿਆ। ਤੇ ਇਸ ਕਰਕੇ ਇਹ ਜੋ ਬਚਨ ਆ, ਇਹਨਾਂ ਤੋਂ ਸੁੰਗੜ ਨਾ ਜਾਇਓ ਇੱਕ ਦੂਜੇ ਨੂੰ ਸਮਝ ਕੇ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ, ਇਹ ਤਾਂ ਭਾਈ ਗੁਰਦਾਸ ਦੀ ਬਾਣੀ ਆ, ਕਿਸੇ ਦੀ ਬਾਣੀ ਆ। ਬਾਣੀ ਰੱਬ ਦੇ ਨਾਲ ਤੁਹਾਨੂੰ ਠੀਕ ਆ ਕਿ ਇਹਦੇ ਵਿੱਚੋਂ ਜੋ ਸਾਨੂੰ ਮਿਲਿਆ ਸੀ ਕਿ ਇਹ ਪਰਮੇਸ਼ਰ ਦੇ ਗੀਤ ਉਸ ਵੇਲੇ ਮਿਲੇ ਸੀਗੇ, ਪਰ ਉਹ ਪਰਮੇਸ਼ਰ ਅੰਦਰ ਉਹੀ ਬੈਠਾ ਸੀਗਾ, ਪਰਮੇਸ਼ਰ ਅੰਦਰ ਉਹੀ ਬੈਠਾ ਸੀਗਾ। ਪਰ ਜਦੋਂ ਅਸੀਂ ਬਾਈਬਲ ਦੇ ਵਿੱਚੋਂ ਬਚਨ ਪੜ੍ਹਦੇ ਆ ਨਾ, ਸੱਚਾਈ ਆ ਕਿ ਜਦੋਂ ਇਹ ਬਚਨ ਪੜ੍ਹਦੇ ਆ, ਇਹ ਜਿੰਦੇ ਪਰਮੇਸ਼ਰ ਦੇ ਬਚਨ ਆ। ਬਾਈਬਲ ਦੇ ਵਿੱਚੋਂ ਜਦੋਂ ਅਸੀਂ ਪੜ੍ਹਨੇ ਨਾ, ਇਹ ਜਿੰਦਾ ਜਾਗਦਾ ਪਰਮੇਸ਼ਰ ਦੇ ਬਚਨ ਆ। ਸਾਡੇ ਅੰਦਰ ਘਰ ਬਹੁਤ ਕਰਦੇ ਆ, ਸਾਡੇ ਅੰਦਰ ਇਉਂ ਉੱਗਦੇ ਆ, ਸਾਡਾ ਮਨ ਦਿਲ ਇੱਕ ਹੋਵੇ ਤਾਂ ਸਹੀ, ਬਹੁਤ ਛੇਤੀ ਉੱਗਦੇ ਆ। ਵੱਡੇ ਕੰਮ ਸਾਡੇ ਅੰਦਰ ਬਹੁਤ ਛੇਤੀ ਕਰਦੇ ਆ, ਟਾਈਮ ਨਹੀਂ ਲਾਉਂਦੇ, ਬਹੁਤ ਛੇਤੀ ਕਰਦੇ ਆ, ਕਿਉਂਕਿ ਉਹ ਸੱਚਾ ਤੇ ਸੁੱਚਾ ਜਿਹੜਾ ਸੁਨੇਹਾ ਆ, ਉਹ ਜਦੋਂ ਮੈਂ ਅੱਜ ਹੁਣ ਬਾਈਬਲ ਦੇ ਵਿੱਚੋਂ ਪੜ੍ਹਿਆ ਤੇ ਮੈਂ ਹੈਰਾਨ ਹੋ ਗਈ। ਕਿਉਂਕਿ ਪਹਿਲੇ ਜਦੋਂ ਮੈਂ ਗੀਤ ਗਾਏ ਸੀ ਉਸ ਵੇਲੇ ਤਾਂ ਮੈਂ ਗੁਰਬਾਣੀ ਦੁਆਰਾ ਹੀ ਗਾਏ ਸੀ, ਜਿਸ ਅੱਜ ਤੋਂ 50 ਸਾਲ ਪਹਿਲਾਂ, ਔਰ ਬੜੀ ਯੰਗ ਏਜ ਦੇ ਵਿੱਚ, ਵੀ ਮਾਂ ਪਿਓ ਪਰ ਹਰ ਕਰੇ ਦਾਨ। ਭਾਈ ਗੁਰਦਾਸ ਜੀ ਕਹਿੰਦੇ ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਉਹ ਬੇਈਮਾਨ ਹੈ ਜਿਹੜਾ ਮਾਂ ਪਿਓ ਨੂੰ ਛੱਡ ਕੇ ਤਾਂ ਬਾਹਰ ਦਾਨੀ ਬਣਿਆ ਫਿਰਦਾ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਇੱਕ ਤੀਰਥ ਯਾਤਰਾ ਕਰਕੇ ਉਹ ਐਕਸਰਸਾਈਜ਼ ਹੋਈ ਆ, ਹੋਰ ਉਹਦੇ ਲਈ ਕੱਖ ਨਹੀਂ, ਕੋਈ ਫਲ ਨਹੀਂ ਮਿਲਣ ਵਾਲਾ। ਵੀ ਮਾਂ ਪਿਓ ਪਰ ਹਰ ਪੜ੍ਹੇ ਵੇਦ, ਭੇਦ ਨਾ ਜਾਣੇ ਅਕਤ ਖਾਣੀ। ਮਾਂ ਪਿਓ ਨੂੰ ਛੱਡ ਕੇ, ਮਾਂ ਪਿਓ ਦਾ ਸਤਿਕਾਰ ਨਹੀਂ, ਮਾਂ ਪਿਓ ਦੀ ਇੱਜ਼ਤ ਨਹੀਂ, ਮਾਂ ਪਿਓ ਨੂੰ ਚੱਜ ਨਾਲ ਬੁਲਾਉਂਦਾ ਨਹੀਂ, ਮਾਂ ਪਿਓ ਦੇ ਕੋਲ ਬਹਿੰਦਾ ਨਹੀਂ, ਮਾਂ ਪਿਓ ਦੀਆਂ ਲੱਤਾਂ ਘੁੱਟਦਾ ਨਹੀਂ, ਮਾਂ ਪਿਓ ਦੇ ਕੋਲ ਉਹ ਤਰਸਦੇ ਤੇਰੇ ਬੋਲ ਨੂੰ। ਸਾਡਾ ਪੁੱਤ ਸਾਡੇ ਕੋਲ, ਸਾਡੀ ਧੀ ਸਾਡੇ ਕੋਲ ਬੈਠੇ, ਸਾਡੇ ਪੁੱਤ ਬੱਚੇ ਸਾਡੇ ਕੋਲ ਬੈਠਣ, ਤੇ ਉਹ ਅਸੀਂ ਉਹਨਾਂ ਨੂੰ ਆਸ਼ੀਰਵਾਦ ਦਈਏ, ਅਸੀਂ ਉਹਨਾਂ ਨੂੰ ਪਿਆਰ ਕਰੀਏ, ਅਸੀਂ ਉਹਨਾਂ ਨੂੰ ਗਲਵੱਕੜੀ 'ਚ ਲਈਏ। ਪਰ ਅਸੀਂ ਕਿੱਦਾਂ ਦੇ ਹੋ ਗਏ ਕਿ ਸਾਨੂੰ ਆਪਣੇ ਮਾਪਿਆਂ ਦੇ ਕੋਲੋਂ ਇਸ ਵੇਲੇ ਦੇ ਜਿਹੜੇ ਸ਼ੈਤਾਨ ਨੇ ਧੀਆਂ ਪੁੱਤ ਘੇਰੇ, ਉੱਦਾਂ ਦੇ ਧੀਆਂ ਪੁੱਤ ਜਿਹੜੇ ਆ ਉਹ ਮਾਪਿਆਂ ਦੇ ਨੇੜੇ ਨਹੀਂ ਬਹਿੰਦੇ, ਉਹ ਮਾਪਿਆਂ ਦੀ ਗੱਲ ਨੂੰ ਨਹੀਂ ਸੁਣਦੇ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਬਣੇ ਫਿਰਦੇ ਆ। ਉਹ ਜਿੰਨੇ ਮਰਜ਼ੀ ਵੱਡੇ ਬਣ ਲਓ, ਪਰ ਜਿਹੜਾ ਤੁਹਾਨੂੰ ਧਰਤੀ ਤੇ ਮਾਂ ਪਿਓ ਦੇ ਰੂਪ ਦੇ ਵਿੱਚ ਦੀ ਹੋ ਕੇ ਪਰਮੇਸ਼ਰ ਲੈ ਕੇ ਆਇਆ ਇਸ ਧਰਤੀ ਦੇ ਉੱਤੇ, ਮਾਂ ਪਿਓ ਦੇ ਵਿੱਚ ਦੀ ਹੋ ਕੇ, ਮਾਂ ਜਿਹੜੀ ਉਹ ਗਿੱਲੇ ਰਾਤ ਨੂੰ ਸੌਂ ਕੇ ਤੈਨੂੰ ਸੁੱਕੇ 'ਚ ਪਾਇਆ, ਮਾਂ ਪਿਓ ਆਪ ਭੁੱਖੇ ਰਹੇ, ਤੈਨੂੰ ਰਜਾਇਆ, ਮਾਂ ਪਿਓ ਨੂੰ ਆਪ ਕੋਈ ਚੀਜ਼ ਮਿਲੇ ਨਾ ਮਿਲੇ ਤੇਰੀਆਂ ਖੁਸ਼ਾਮਦਾਂ ਪੂਰੀਆਂ ਕੀਤੀਆਂ, ਮਾਂ ਪਿਓ ਨੇ ਤੈਨੂੰ ਬੋਲਣਾ ਸਿਖਾਇਆ, ਮਾਂ ਪਿਓ ਨੇ ਉਂਗਲੀ ਫੜ ਕੇ ਤੈਨੂੰ ਤੁਰਨਾ ਸਿਖਾਇਆ, ਮਾਂ ਪਿਓ ਨੇ ਆਪਣਾ ਖਿਆਲ ਨਹੀਂ ਰੱਖਿਆ ਜਿੰਨਾ ਤੇਰਾ ਖਿਆਲ ਰੱਖਿਆ। ਓਏ ਅੱਜ ਤੂੰ ਜਵਾਨ ਹੋ ਗਿਆ ਤੇ ਅੱਜ ਤੇਰੀ ਅਕਲ ਮਾਂ ਪਿਓ ਨਾਲੋਂ ਬਹੁਤ ਉੱਚੀ ਹੋ ਗਈ ਆ, ਕਦੀ ਨਹੀਂ ਹੋ ਸਕਦੀ। ਭਾਵੇਂ ਤੂੰ ਕਿੱਡਾ ਵੀ ਪੜ੍ਹ ਲਿਖ ਗਿਆ ਆ, ਫਿਰ ਵੀ ਤੇਰਾ ਮਾਂ ਪਿਓ ਦਾ ਜਿਹੜਾ ਆਸ਼ੀਰਵਾਦ ਦਾ ਇੱਕ ਕਿਣਕਾ ਆ ਨਾ, ਉਹਦੇ ਬਰੋਬਰ ਨਹੀਂ ਹੋ ਸਕਦੀ। ਇਹ ਗੱਲ ਵੱਖਰੀ ਆ ਵੀ ਅੱਜ ਕੱਲ੍ਹ ਕਈ ਮਾਂ ਪਿਓ ਇੱਦਾਂ ਦੇ ਆ ਵੀ ਪਰਮੇਸ਼ਰ ਦੇ ਨਾਲੋਂ ਵੀ ਆਪਣੇ ਬੱਚਿਆਂ ਨੂੰ ਤੋੜਦੇ ਆ, ਕਿਉਂਕਿ ਅੱਜ ਕੱਲ੍ਹ ਟਾਈਮ ਇੱਦਾਂ ਦਾ, ਕੱਲ੍ਹ ਯੁੱਗ ਦਾ ਟਾਈਮ ਇੱਦਾਂ ਦਾ ਆ ਗਿਆ ਕਿ ਲੂਸੀਫਰ ਨੇ ਉਹਨਾਂ ਬੱਚਿਆਂ ਨੂੰ, ਉਹਨਾਂ ਮਾਪਿਆਂ ਨੂੰ ਪਕੜ ਲਿਆ ਆ, ਤੇ ਉਹ ਮਾਂ ਪਿਓ ਵੀ ਬੱਚਿਆਂ ਨੂੰ ਆਪਣੇ ਪਰਮੇਸ਼ਰ ਦੇ ਨਾਲੋਂ ਤੋੜਦੇ ਆ, ਪਰਮੇਸ਼ਰ ਦੇ ਨਾਲੋਂ ਤੋੜਦੇ ਆ। ਤੇ ਜਿਹੜੇ ਪਰਮੇਸ਼ਰ ਦੇ ਨਾਲੋਂ ਤੋੜਨ, ਉਹਨਾਂ ਉਸ ਵੇਲੇ ਉਹ ਸੰਗਤ ਨਾ ਕਰੋ, ਪਰ ਉਹਨਾਂ ਨੂੰ ਤਿਆਗੋ ਨਾ, ਉਹਨਾਂ ਨੂੰ ਦੇਖੋ ਡਿੱਗੇ ਟੱਠੇ ਆ ਤਾਂ ਫਿਰ ਵੀ ਉਹਨਾਂ ਦੀ ਸੇਵਾ ਕਰੋ, ਪਰ ਉਹਨਾਂ ਦੇ ਅੱਗੇ ਨਾ ਬੋਲੋ, ਪਰ ਉਹਨਾਂ ਦੀ ਉਸ ਗੱਲ ਨੂੰ ਨਾ ਮੰਨੋ। ਜੇ ਉਹ ਪਰਮੇਸ਼ਰ ਤੋਂ ਤੋੜਦੇ ਤਾਂ ਉਸ ਗੱਲ ਨੂੰ ਨਾ ਮੰਨੋ। ਜਿਹੜੀ ਚੰਗੀ ਲੱਗਦੀ ਆ ਉਹ ਗੱਲ ਮੰਨ ਲਓ, ਪਰ ਜਿਹੜੀ ਪਰਮੇਸ਼ਰ ਤੋਂ ਤੋੜਨ ਵਾਲੀ ਆ ਗੱਲ, ਉਹਨੂੰ ਬਿਲਕੁਲ ਨਾ ਮੰਨੋ। ਅੱਜ ਕੱਲ੍ਹ ਕਈ ਮਾਪੇ ਆ ਉਹ ਜਿਹੜੇ ਆ ਆਪਣੇ ਧੀਆਂ ਪੁੱਤਾਂ ਨੂੰ ਚਰਚ ਤੋਂ, ਗੁਰਦੁਆਰੇ ਤੋਂ ਜਾਣ ਤੋਂ ਰੋਕਦੇ ਆ। ਕਈ ਦੂਸਰੇ ਬੰਨੇ ਨੂੰ ਉਹਨਾਂ ਦੇ ਆਪਣੇ ਖਿਆਲ ਦੂਜੇ ਆ, ਉਸੇ ਪਾਸੇ ਨੂੰ ਉਹ ਪ੍ਰੇਰਦੇ। ਉਹ ਆਪ ਸ਼ਰਾਬ ਪੀਂਦਾ ਪਏ, ਪੁੱਤ ਨੂੰ ਵੀ ਕਹਿੰਦਾ ਲਾ ਗਲਾਸੀ। ਆਪ ਸ਼ਰਾਬ ਪੀਂਦਾ ਆ, ਜਦੋਂ ਪਏ ਪੀਂਦਾ ਆ ਤੇ ਪੁੱਤ ਨੂੰ ਵੀ ਲਾ ਦਿੰਦਾ ਆ। ਫਿਰ ਬਾਅਦ ਵਿੱਚ ਪੇਰ ਹੁੰਦਾ ਤੇ ਪਿੱਟਦਾ ਆ, ਮੇਰਾ ਪੁੱਤ ਇੰਨੀ ਸ਼ਰਾਬ ਪੀਣ ਲੱਗ ਗਿਆ, ਡਰੱਗਾਂ ਲੈਣ ਲੱਗ ਗਿਆ, ਉਹਨੇ ਉੱਪਰ ਹੀ ਹੋਣਾ ਸੀ। ਇਸ ਕਰਕੇ ਜੋ ਤੂੰ ਕਰਦਾ ਆ ਉਹ ਤੇਰੇ ਬੱਚਿਆਂ 'ਤੇ ਅਸਰ ਤਾਂ ਹੋਣਾ ਹੀ ਹੋਣਾ ਆ।
ਤੇ ਜੇ ਤੂੰ ਆਪ ਨੇਕ ਕੰਮ ਕਰੇ ਤੇ ਆਪਣੇ ਬੱਚਿਆਂ ਨੂੰ ਵੀ ਨੇਕ ਸਿਖਾਵੇਂ। ਤੂੰ ਬੁਰੇ ਕੰਮ ਕਰਦਾ ਤੇ ਬੱਚਿਓ ਬੁਰੇ ਕੰਮ ਕਰਨ ਵਾਲੇ ਦਾ ਪੇ ਦਾ ਬੁਰੇ ਕੰਮ ਨੂੰ ਕੈਚ ਨਾ ਕਰਿਓ। ਬੁਰੇ ਪਰ ਪੇ ਦੇ ਮੂਹਰੇ ਫਿਰ ਵੀ ਜੋ ਬੋਲਦਾ ਵੀ ਆ ਬੋਲਿਓ ਨਾ, ਕੰਨ ਲਪੇਟ ਲਿਓ ਤੇ ਪਾਸੇ ਹੋ ਕੇ ਪਰਮੇਸ਼ਰ ਦੇ ਮੂਹਰੇ ਆਪਣੇ ਪਿਤਾ ਦੀ ਆਪਣੀ ਮਾਤਾ ਦੀ ਪ੍ਰਾਰਥਨਾ ਕਰਿਓ। ਜੇ ਤੁਹਾਡੇ ਮਾਪੇ ਪਰਮੇਸ਼ਰ ਤੋਂ ਦੂਰ ਕਰਨ ਤਾਂ। ਪਰ ਜਿਹੜੇ ਮਾਪੇ ਤੁਹਾਨੂੰ ਪਰਮੇਸ਼ਰ ਦੇ ਨੇੜੇ ਲਿਜਾਂਦੇ ਆ, ਪ੍ਰੇਮ ਦਿੰਦੇ ਕਰਦੇ ਆ, ਅਸ਼ੀਰਵਾਦਾਂ ਦਿੰਦੇ ਆ ਅਤੇ ਪਰਮੇਸ਼ਰ ਦੇ ਕੋਲ ਦੁਆਈਆਂ ਦੇ ਕੇ ਤੁਹਾਡੀਆਂ ਪ੍ਰਾਰਥਨਾ ਕਰਦੇ ਆ, ਐਸੇ ਮਾਪਿਆਂ ਦੀ ਵੀ ਤੁਸੀਂ ਸੇਵਾ ਨਾ ਕਰੋ। ਐਸੇ ਮਾਪਿਆਂ ਨੂੰ ਵੀ ਤੁਸੀਂ ਆਪਣੀਆਂ ਅੱਖਾਂ ਤੋਂ ਦੂਰ ਸਿੱਟਿਆ ਹੋਇਆ ਹੋਵੇ। ਐਸੇ ਮਾਪਿਆਂ ਦਾ ਤੁਸੀਂ ਪਿਆਰ ਨਾ ਕਰੋ। ਐਸੇ ਮਾਪਿਆਂ ਦੇ ਕੋਲੋਂ ਤੁਸੀਂ ਆਸ਼ੀਰਵਾਦ ਨਾ ਲਵੋ। ਤੇ ਫਿਰ ਪਰਮੇਸ਼ਰ ਕਹਿੰਦਾ ਵੀ ਮੇਰੀ ਦਰਗਾਹ ਦੇ ਵਿੱਚੋਂ ਉਹ ਇਨਸਾਨ ਧੱਕੇ ਹੋਏ ਹੋਣਗੇ, ਭਾਵੇਂ ਜਿੰਨੇ ਮਰਜ਼ੀ ਉਹ ਵਿਦਵਾਨ ਬਣ ਜਾਣ, ਭਾਵੇਂ ਜਿੰਨੇ ਮਰਜ਼ੀ ਗਿਆਨੀ ਬਣ ਜਾਣ, ਜੋ ਮਰਜ਼ੀ ਕਰਦੇ ਫਿਰਨ। ਜਦੋਂ ਮੈਂ ਧਰਤੀ ਉੱਤੇ ਆਊਗਾ ਨਾ ਗੁਰੂ ਯਿਸੂ ਮਸੀਹ ਤੇ ਕਹਿੰਦਾ ਮੈਂ ਫੇ ਪਟਕਾ ਕੇ ਮਾਰੂੰਗਾ। ਉਹ ਬਚਨ ਵਿੱਚ ਦੱਸਦਾ ਆ, ਪਰਮੇਸ਼ਰ ਬਚਨ 'ਚ ਦੱਸਦਾ ਆ। ਤੇ ਇਸ ਕਰਕੇ ਅਸੀਂ ਇੱਕ ਘਾਹ ਦੀ ਤਿੜ ਨਹੀਂ ਬਣਾ ਸਕਦੇ। ਜੇ ਅਸੀਂ ਮੱਤ ਲੈਣੀ ਆ, ਅਸੀਂ ਕਿਸੇ ਕੋਲੋਂ ਨਫ਼ਰਤ ਨਾ ਕਰੀਏ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਨਫ਼ਰਤ ਨਾ ਕਰੀਏ। ਇੱਕ ਕੀੜੀਆਂ ਕੋਲੋਂ ਵੀ ਅਸੀਂ ਮੱਤ ਲੈ ਸਕਦੇ, ਇੱਕ ਕੀੜੀ ਕੋਲੋਂ ਵੀ, ਕਿ ਕੀੜੀ 'ਚ ਕਿੰਨੀ ਨਿਰਮਤਾ ਅੱਖਾਂ ਤੋਂ ਦਿਸਦਾ ਨਹੀਂ, ਇੱਕ ਦੂਜੀ ਨਾਲ ਮਿਲ ਕੇ ਚੱਲਦੀਆਂ, ਇਕੱਠੀਆਂ ਰਹਿ ਕੇ ਚੱਲਦੀਆਂ ਹੈਂ। ਤੇ ਉਹ ਭਾਗਾਂ ਵਾਲੇ ਧੀਆਂ ਪੁੱਤ ਆ ਜਿਹੜੇ ਆਪਣੇ ਮਾਂ ਪਿਓ ਦਾ ਪਿਆਰ ਕਰਦੇ ਆ, ਜਿਹੜੇ ਆਪਣੇ ਮਾਂ ਪਿਓ ਨੂੰ ਸਤਿਕਾਰ ਦਿੰਦੇ ਆ, ਆਪਣੇ ਮਾਂ ਪਿਓ ਨੂੰ ਹੱਕ ਜੱਫੀ ਦਿੰਦੇ ਆ, ਪ੍ਰੇਮ ਕਰਦੇ ਆ, ਮਾਂ ਪਿਓ ਦੇ ਕੋਲ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦੇ ਆ। ਉਹ ਭਾਗਾਂ ਵਾਲੇ ਆ, ਉਹ ਬਹੁਤ ਹੀ ਭਾਗਾਂ ਵਾਲੇ ਬੱਚੇ ਆ। ਤੇ ਇਹ ਗੀਤਾਂ ਦੇ ਵਿੱਚ 4 ਗੀਤ ਚਾਹਾਂ ਗੀਤਾਂ ਵਿੱਚ ਮਾਂ ਪਿਓ ਦੇ ਵਾਸਤੇ ਹੀ ਪਰਮੇਸ਼ਰ ਨੇ ਕਹਾਇਆ, ਔਰ ਉਸ ਉਮਰ ਵਿੱਚ ਮਾਂ ਪਿਓ ਦੀ ਸੇਵਾ ਵੀ ਕਰਵਾਈ। ਮੇਰੇ ਕੋਲੋਂ ਉਹ ਕਰਾਉਣ ਵਾਲਾ ਉਹ ਆ ਮੇਰਾ ਪਿਤਾ, ਉਹ ਦਰਗਾਹੀ ਜਿਹਦੇ ਕੋਲ ਮੈਂ ਰੋਂਦੀ ਸੀ ਕਿ ਮੈਂ ਜਨਮ ਹੋਰ ਨਹੀਂ ਲੈਣਾ, ਮੈਂ ਜਨਮ ਹੋਰ ਨਹੀਂ ਲੈਣਾ, ਮੈਨੂੰ ਐਸੇ ਜਨਮ 'ਚ ਲਿਜਾ। ਤੇ ਮੇਰੀਆਂ ਐਸੇ ਜਨਮ 'ਚ ਆਣ ਕੇ ਜਾ ਕੇ ਹਲੇ ਮੈਨੂੰ ਪ੍ਰਭੂ 'ਚ ਆਇਆ ਤੇ 5.5 ਸਾਲ ਹੋਏ, ਅੱਖਾਂ ਖੋਲ੍ਹ ਦਿੱਤੀਆਂ। ਮੈਂ ਆਪ ਨੂੰ ਮੈਂ ਟੈਸਟਮਨੀ ਸੁਣਾ ਚੁੱਕੀ ਹਾਂ, ਅੱਖਾਂ ਖੋਲ੍ਹੀਆਂ। ਤੇ ਮੈਂ ਹੁਣ ਤੁਹਾਨੂੰ ਇਹ ਬਚਨ ਸੁਣਾਉਣੀ ਆ, ਪਰਮੇਸ਼ਰ ਦਾ ਬਚਨ, ਯਿਸੂ ਮਤਲਬ ਬਾਈਬਲ ਦੇ ਵਿੱਚੋਂ। ਹਾਲੇਲੂਇਆ। ਚੈਪਟਰ 20 ਕੂਚ ਦਾ ਚੈਪਟਰ 20 ਆ ਤੇ ਆਇਤ 12 ਆ, ਜਿਹਦੇ ਵਿੱਚ ਪਰਮੇਸ਼ਰ ਕੀ ਸਾਨੂੰ ਸੁਨੇਹਾ ਦਿੰਦੇ ਆ, ਤੂੰ ਆਪਣੇ ਪਿਤਾ ਔਰ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਜੋ ਆਹ ਤੇਰਾ ਪਰਮੇਸ਼ਰ ਤੈਨੂੰ ਦਿੰਦਾ ਹੈ ਲੰਮੇ ਹੋਣ। ਤੂੰ ਖੂਨ ਨਾ ਕਰ, ਜਿਨਾਹ ਨਾ ਕਰ, ਚੋਰੀ ਨਾ ਕਰ, ਆਪਣੇ ਗੁਆਂਢੀ ਉੱਤੇ ਝੂਠੀ ਗਵਾਹੀ ਨਾ ਦੇ। ਦੇਖੋ ਆ ਅੱਜ ਗੱਲਾਂ ਹੁਣ ਪਤਾ ਲੱਗਾ ਇਹਨਾਂ ਗੱਲਾਂ ਦਾ। ਤੇ ਇਹ ਗੱਲਾਂ ਜਦੋਂ ਅਸੀਂ ਬਾਰ-ਬਾਰ ਇਹਨਾਂ ਗੱਲਾਂ ਨੂੰ ਅਸੀਂ ਸੁਣਦੇ ਹਾਂ ਤੇ ਸਾਡੇ ਅੰਦਰ ਜੇ ਇਹ ਨਾ ਬਸੀਆਂ, ਅਸੀਂ ਜੋ ਮਰਜ਼ੀ ਬਣੇ ਫਿਰੀਏ, ਅਸੀਂ ਦੇਖਣਾ ਕਿ ਸਾਡੇ ਮਾਂ ਪਿਓ ਕੋਲੋਂ ਕਿਹੜੀ ਐਡੀ ਖੇਨਾਮੀ ਹੋ ਗਈ। ਅਸੀਂ ਆਪਣੇ ਮਾਂ ਪਿਓ ਨੂੰ ਛੱਡਿਆ ਆ, ਅਸੀਂ ਆਪਣੇ ਮਾਂ ਪਿਓ ਨੂੰ ਅਲੱਗ ਕੀਤਾ ਹੋਇਆ ਆ, ਅਸੀਂ ਆਪਣੇ ਮਾਂ ਤੋਂ ਪਿਓ ਤੋਂ ਦੂਰ ਹੋ ਗਏ ਆ। ਸਾਨੂੰ ਸਮਝ ਨਹੀਂ ਆਈ ਕਿ ਜਦੋਂ ਪਰਮੇਸ਼ਰ ਕਹਿੰਦਾ ਆ ਕਿ ਤੂੰ ਆਪਣੇ ਮਾਪੇ ਤਿਆਗ ਕੇ ਛੱਡ ਕੇ ਤੇ ਆਪਣੀ ਪਤਨੀ ਦੇ ਨਾਲ ਜੁੜਿਆ ਰਹੇਗਾ, ਇਹ ਬੜੀ ਵੱਡੀ ਗੱਲ ਆ। ਇਹਦਾ ਅਰਥ ਬੜਾ ਹੀ ਡੂੰਘਾ ਆ। ਇਹਦਾ ਮਤਲਬ ਇਹ ਨਹੀਂ ਕਿ ਤੂੰ ਆਪਣੇ ਮਾਂ ਪਿਓ ਨੂੰ ਤਿਆਗ ਤੇ ਆਪਣੇ ਮਾਂ ਪਿਓ ਨੂੰ ਧਕੇਲ ਤੇ ਆਪਣੇ ਮਾਂ ਪਿਓ ਨੂੰ ਛੱਡ ਕੇ ਤੇ ਆਪਣੀ ਘਰਵਾਲੀ। ਅਸਲੀਅਤ ਤਾਂ ਤੇਰੇ ਘਰਵਾਲੀ ਤੇਰੇ ਨਾਲ ਉਦਣ ਹੀ ਤੇਰੇ ਨਾਲ ਚਿੰਬੜ ਗਈ ਸੀ, ਜੰਮ ਪਈ ਸੀ। ਜਿਹੜੀ ਤੇਰੀ ਆਤਮਾ ਆ ਉਹ ਤੇਰੇ ਘਰਵਾਲੀ ਆ, ਅਸਲੀ ਘਰਵਾਲੀ। ਬਾਕੀ ਤਾਂ ਬੱਚੇ ਪੈਦਾ ਕਰਨ ਵਾਲੇ ਸਿਲਸਿਲੇ ਆ। ਇਹ ਤਾਂ ਦ੍ਰਿਸ਼ਟਾਂਤ ਆ ਕਿ ਆਪਣੀ ਪਤਨੀ ਨੂੰ ਆਪਣੀ ਹੀ ਧੜ ਸਮਝ, ਆਪਣੇ ਸਿਰ ਨੂੰ ਆਪਣਾ ਪਤੀ ਸਮਝ। ਪਤਨੀ ਨੂੰ ਇਹ ਕਿਹਾ ਗਿਆ ਆ, ਸਮਝਣਾ ਵੀ ਜ਼ਰੂਰ ਚਾਹੀਦਾ ਆ ਇਸੇ ਤਰ੍ਹਾਂ ਹੀ। ਪਰ ਅਸਲੀ ਪਤਨੀ ਤੇ ਪਤੀ ਜਿਹੜਾ ਪਰਮੇਸ਼ਰ ਆ ਤੇ ਪਤਨੀ ਤੇਰੀ ਆਤਮਾ ਆ। ਜਿੱਦਣ ਤੂੰ ਜੰਮਿਆ ਸੀ ਉਦਣੇ ਤੇਰੀ ਆਤਮਾ ਤੇਰੇ ਨਾਲ ਜੰਮੀ ਸੀ, ਉਹਦੇ ਤੋਂ ਤੂੰ ਜੁਦਾ ਨਹੀਂ ਹੋ ਸਕਦਾ। ਮਾਪੇ ਭਾਵ ਕਿ ਮਾਂ ਦੇ ਨਾਲੋਂ ਨਾੜੂ ਕੱਟਿਆ ਗਿਆ। ਜਦੋਂ ਤੇਰਾ ਜਨਮ ਹੋਇਆ ਮਾਂ ਦੇ ਨਾਲੋਂ ਤੇਰਾ ਨਾੜੂ ਕੱਟਿਆ ਗਿਆ ਤੇ ਤੇਰੀ ਸੋਲ ਰੂਪੀ ਪਤਨੀ ਦੇ ਨਾਲ, ਸਰੀਰ ਦੇ ਨਾਲ ਹੁਣ ਵਿੱਚ ਤੂੰ ਪਰਮੇਸ਼ਰ ਤੇ ਤੇਰਾ ਆਤਮਾ ਜੁੜ ਗਏ। ਹੁਣ ਤੂੰ ਉਹਦੇ ਤੋਂ ਜੁਦਾ ਨਹੀਂ ਹੋ ਸਕਦਾ। ਤੂੰ ਆਪਣੀ ਪਤਨੀ ਦੇ ਨਾਲ ਜੁੜਿਆ ਰਹੇਗਾ, ਭਾਵ ਕਿ ਪਰਮੇਸ਼ਰ ਤੇ ਆਤਮਾ ਤੇਰੀ ਉਹਦੇ ਨਾਲ ਜੁੜਿਆ ਰਹੇਗਾ। ਪਰਮੇਸ਼ਰ ਦੇ ਨਾਲ ਆਤਮਾ ਹੈ। ਜਿੱਦਣ ਪਰਮੇਸ਼ਰ ਨੇ ਇਹਨੂੰ ਛੱਡ ਦਿੱਤਾ
ਪੰਜ ਤੱਤ ਵਿੱਚੋਂ ਸਰੀਰ ਜਿਹੜਾ ਆ ਇਹ ਜਿਹੜੇ ਮਿੱਟੀ ਦਾ ਬਣਾਇਆ ਭਾਂਡਾ ਫੁੱਟ ਗਿਆ ਤੇ ਉਸੇ ਦਿਨ ਇਹ ਤੇਰੀ ਪਤਨੀ ਤੇਰਾ ਪਰਮੇਸ਼ਰ ਜਦੋਂ ਤੇਰੇ ਤੋਂ ਜੁਦਾ ਹੋ ਗਿਆ ਤੇ ਇਹ ਪਤਨੀ ਵਿੱਚੋਂ ਨਿਕਲ ਜਾ ਪਤਨੀ ਤੇਰਾ ਸਾਥ ਨਹੀਂ ਦੇਊਗੀ ਉਸ ਵੇਲੇ। ਇਸ ਪਤਨੀ ਨੂੰ ਕਿਹਾ ਆ, ਇਹ ਆ ਪਤਨੀ ਤੇਰੀ ਸਰੀਰ ਦੀ ਪਤਨੀ, ਅੰਦਰ ਦੀ ਪਤਨੀ। ਬਾਹਰ ਦੀ ਪਤਨੀ ਜਿਹੜੀ ਉਹਨੂੰ ਆਪਣੀ ਧੜ ਜਾਣ ਤੇ ਜਿਹੜਾ ਬਾਹਰ ਦਾ ਪਤੀ ਉਹਨੂੰ ਆਪਣਾ ਸਿਰ ਜਾਣ। ਪਤਨੀਓ ਆਪਣੇ ਪਤੀਆਂ ਨੂੰ ਆਪਣਾ ਸਿਰ ਸਮਝੋ ਤੇ ਪਤੀਓ ਆਪਣੀਆਂ ਪਤਨੀਆਂ ਨੂੰ ਆਪਣੀਆਂ ਧੜਾਂ ਸਮਝੋ। ਇੱਕ ਹੋ ਕੇ ਚੱਲੋ, ਨਾ ਕਿ ਮਾਪਿਆਂ ਨੂੰ ਬਾਹਰ ਕੱਢ ਦੋ। ਚਲੋ ਜੀ ਵਿਆਹ ਹੋਇਆ, ਹੁਣ ਮਾਪਿਆਂ ਨੂੰ ਲਿਖਿਆ ਹੋਇਆ, ਉਹ ਕਿੱਦਾਂ ਦੇ ਅਰਥ ਤੁਸੀਂ ਕੱਢ ਲੈਨੇ ਲਿਖਿਆ ਹੋਇਆ ਮਾਪੇ ਤੋਂ ਅਲੱਗ ਰਵੋ। ਕਿੱਥੇ ਲਿਖਿਆ ਹੋਇਆ? ਦੇਖੋ ਮਾਪੇ ਦੇ ਵਾਸਤੇ ਪਰਮੇਸ਼ਰ ਦਾ ਹੁਕਮ ਆ ਤੇ ਫਿਰ ਪਰਮੇਸ਼ਰ ਵਿਵਸਥਾ 28 ਵਿੱਚ ਬਾਈਬਲ ਵਿੱਚ ਫਿਰ ਹੁਕਮਾਂ ਦੇ ਵਿੱਚ ਮੂਸਾ ਕਹਿੰਦਾ ਆ ਤੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ਜਿਵੇਂ ਯਹੋਵਾ ਤੇਰੇ ਪਰਮੇਸ਼ਰ ਨੇ ਤੈਨੂੰ ਹੁਕਮ ਦਿੱਤਾ। ਭਾਵ ਜਿਵੇਂ ਤੈਨੂੰ ਪਰਮੇਸ਼ਰ ਨੇ ਹੁਕਮ ਦਿੱਤਾ ਆਪਣੇ ਮਾਤਾ ਪਿਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਲੰਮੇ ਹੋਣ ਅਤੇ ਉਸ ਭੂਮੀ ਉੱਤੇ ਜਿਹੜੀ ਯਹੋਵਾ ਤੇਰਾ ਪਰਮੇਸ਼ਰ ਤੈਨੂੰ ਦਿੰਦਾ ਹੈ। ਫਿਰ ਉਹ ਕਹਿੰਦਾ ਦੁਬਾਰਾ ਫਿਰ ਇੱਥੇ ਖੂਨ ਨਾ ਕਰ, ਜਨਾਹ ਨਾ ਕਰ, ਚੋਰੀਆਂ ਨਾ ਕਰ, ਗੁਆਂਢੀਆਂ ਦੀਆਂ ਝੂਠੀਆਂ ਗਾਈਆਂ ਨਾ ਦਿੰਦਾ। ਫਿਰ ਦੇਖੋ ਹੁਣ ਆਪਾਂ ਇੱਥੇ ਇਹ ਜਿਨ੍ਹਾਂ ਦੇ ਮਨ ਪਰਮੇਸ਼ਰ ਵੱਲ ਨੂੰ ਹੋਣਗੇ, ਜਿਹੜੇ ਬਚਨ ਪੜ੍ਹਦੇ ਹੋਣਗੇ, ਜਿਹੜੇ ਪਰਮੇਸ਼ਰ ਨੂੰ ਧਿਆਨ ਦਿੰਦੇ ਹੋਣਗੇ, ਉਹਨਾਂ ਦੇ ਮਨਾਂ ਉੱਤੇ ਅਣਿਆਲੇ ਤੀਰ ਲੱਗ ਜਾਣਗੇ। ਉਹ ਅਜੇ ਹੀ ਸੋਚਣਗੇ ਇਹਨਾਂ ਦੋ ਗੀਤਾਂ ਨੂੰ ਸੁਣ ਕੇ ਕਿ ਅਜੇ ਹੀ ਮਾਂ ਪੇ ਨੂੰ ਜੁਦੇ ਰੱਖਿਆ ਹੋਇਆ ਤੇ ਭੱਜਾ ਜਾਵਾਂ ਤੇ ਮਾਂ ਪੇ ਦੀ ਜਾ ਕੇ ਖਬਰ ਲਵਾਂ ਤੇ ਮਾਂ ਪੇ ਦਾ ਪਿਆਰ ਲਵਾਂ ਤੇ ਉਹਦੀ ਗਲਵੱਕੜੀ ਦੇ ਵਿੱਚ ਪਾਵਾਂ। ਜਿਸ ਤਰ੍ਹਾਂ ਇੱਕ ਅਕਬਰ ਬਾਦਸ਼ਾਹ ਹੋਇਆ, ਜਦੋਂ ਉਹਦੀ ਮਾਂ ਮਰੀ ਤੇ ਉਹ ਬਹੁਤ ਰੋਇਆ ਤੇ ਉਹਦੀਆਂ ਵਜ਼ੀਰਾਂ ਮਸੰਦੀਆਂ ਨੇ ਕਿਹਾ ਪਾਤਸ਼ਾਹ ਸਲਾਮਤ ਤੁਸੀਂ ਕਿਉਂ ਰੋਂਦੇ? ਪਾਤਸ਼ਾਹਾਂ ਨੂੰ ਰੋਣਾ ਫੱਬਦਾ ਨਹੀਂ। ਤੇ ਉਹ ਕਹਿੰਦਾ ਹੋ ਮੇਰੇ ਪ੍ਰੇਮੀਓ, ਮੇਰੇ ਨਾਲ ਹਰ ਵੇਲੇ ਬਹਿਣ ਵਾਲਿਓ, ਮੇਰੀ ਗੱਲ ਸੁਣੋ। ਮੈਂ ਆਪਣੀ ਮਾਂ ਨੂੰ ਨਹੀਂ ਰੋਂਦਾ, ਪਰ ਮੇਰੀ ਗੱਲ ਸੁਣੋ, ਮੈਂ ਕਿਹਨੂੰ ਰੋਂਦਾ, ਮੈਨੂੰ ਸ਼ਰਮਿੰਦਾ ਨਾ ਕਰੋ। ਕਹਿੰਦੇ ਕਿਹਨੂੰ ਰੋਨੇ ਪਾਤਸ਼ਾਹ ਸਲਾਮਤ? ਕਹਿੰਦਾ ਮੈਂ ਉਸ ਚੀਜ਼ ਨੂੰ ਰੋਣਾ ਆ ਕਿ ਅੱਜ ਮੇਰੀ ਮਾਂ ਸੰਸਾਰ ਤੋਂ ਚਲ ਗਈ। ਉਹ ਮੈਨੂੰ ਆਵਾਜ਼ ਮਾਰਦੀ ਹੁੰਦੀ ਸੀ ਵੇ ਆਕੂ, ਵੇ ਆਕੂ, ਤੇ ਅੱਜ ਮੈਨੂੰ ਉਹ ਆਵਾਜ਼ ਕਿਸੇ ਨੇ ਨਹੀਂ ਮਾਰਨੀ, ਵੇ ਆਕੂ। ਬਾਦਸ਼ਾਹ ਸਲਾਮਤ ਕਰਕੇ ਤਾਂ ਸਾਰੇ ਮੈਨੂੰ ਸੱਦਣਗੇ, ਜੀ ਹਾਂ ਕਰਨਗੇ, ਪਰ ਜੋ ਮੇਰੀ ਮਾਂ ਮੈਨੂੰ ਦਬਕਾ ਮਾਰਦੀ ਸੀ, ਝਿੜਕਦੀ ਸੀ ਤੇ ਵੇ ਆਕੂ ਕਰਕੇ ਆਵਾਜ਼ ਮਾਰਦੀ ਸੀ, ਉਹ ਮੈਨੂੰ ਕਿਸੇ ਨੇ ਨਹੀਂ ਮਾਰਨੀ। ਹੋ ਭਲਿਓ ਲੋਕੋ, ਜਿੱਥੇ ਕਿੱਥੇ ਤੁਹਾਡਾ ਮਾਂ ਪਿਓ ਛੱਡਿਆ, ਜੇ ਤੁਸੀਂ ਪਾਸਟਰ ਆ ਜਾਂ ਤੁਸੀਂ ਸੰਤ ਆ ਜਾਂ ਫਿਲੋਸਫਰ ਆ ਜਾਂ ਵੱਡੇ ਡਾਕਟਰ ਆ ਜਾਂ ਬਹੁਤ ਪੜ੍ਹੇ ਲਿਖੇ ਇੰਜੀਨੀਅਰ ਆ, ਕੁਛ ਵੀ ਆ, ਤੁਸੀਂ ਲੋਇਰ ਆ, ਕੁਛ ਆ, ਜੋ ਵੀ ਆ, ਆਪਣੇ ਮਾਂ ਪਿਓ ਨੂੰ ਜਾ ਕੇ ਗਲਵੱਕੜੀ ਪਾਓ। ਮਾਂ ਪੇ ਤੇਰੇ, ਇੱਕ ਮਾਂ ਪੇ ਤੇਰੇ ਜਨਮ ਦੇਣ ਵਾਲੇ ਤੇ ਦੂਜੇ ਮਾਂ ਪੇ ਤੇਰੇ ਜਿਹੜੇ ਕਰਮ ਦੇਣ ਵਾਲੇ, ਜਿਨ੍ਹਾਂ ਦੇ ਕਰਮਾਂ ਦਾ, ਜਿਨ੍ਹਾਂ ਨੇ ਬੀਜਿਆ, ਜਿਨ੍ਹਾਂ ਨੇ ਬਿਨ ਲਾਲਚ ਤੋਂ ਆਪਣੇ ਨੋਹਾਂ ਪੁੱਤਾਂ ਨੂੰ ਸੰਭਾਲਿਆ, ਆਪਣੀਆਂ ਧੀਆਂ ਨੂੰ ਸੰਭਾਲਿਆ। ਇੱਕ ਤਾਂ ਜਨਮ ਦਿੱਤਾ ਤੇ ਇੱਕ ਜਨਮ ਦੇ ਤੋਂ ਬੇਬੱਚੀਆਂ ਆਈਆਂ ਤੁਹਾਡੇ ਘਰ ਵਿੱਚ ਨੋਹਾਂ ਬਣ ਕੇ ਤੇ ਉਹਨਾਂ ਨੂੰ ਜਾਇਦਾਦ ਸੰਭਾਲੀ। ਉਹ ਤੁਹਾਡੇ ਲੋਹ ਦੇ ਮਾਂ ਪੇ ਆ, ਲੋਹ ਦੇ ਮਾਂ ਪੇ, ਅਸਲੀ ਮਾਂ ਪੇ, ਜਿਨ੍ਹਾਂ ਨੇ ਬਣਾਈਆਂ ਜਾਇਦਾਦਾਂ, ਦਿਨ ਰਾਤ ਮਰੇ ਔਰਤਾਂ ਨੂੰ ਸੰਭਾਲ ਦਿੱਤੀਆਂ ਔਰ ਪੁੱਤ ਜੰਮਿਆ ਔਰ ਪੁੱਤ ਜਵਾਨ ਕੀਤਾ ਤੇ ਉਹ ਉੱਤੇ ਬੱਚੀ ਦੇ ਸੁਪਰਦ ਕਰ ਦਿੱਤਾ ਤੇ ਉਹ ਬੱਚੀ ਹੁਣ ਸਤਿਕਾਰ ਕਰੇ ਉਸ ਮਾਂ ਦਾ ਜਿਸ ਮਾਂ ਨੇ ਪਾਲ ਕੇ ਉਹਨੂੰ ਏਡਾ ਵੱਡਾ ਪੁੱਤ ਦੇ ਦਿੱਤਾ। ਉਹ ਬੱਚਾ ਸਤਿਕਾਰ ਕਰੇ ਜਿਹੜੀ ਮਾਂ ਨੇ ਪਾਲ ਕੇ ਜਵਾਨ ਧੀ ਇੰਨੀ ਨੇਕ ਬਣਾ ਕੇ ਤੈਨੂੰ ਦੇ ਦਿੱਤੀ। ਦੋਏ ਹੀ ਇੱਕ ਦੂਜੇ ਦੇ ਮਾਪਿਆਂ ਦਾ ਇੰਨਾ ਪਿਆਰ ਕਰਨ ਕਿ ਮਾਪਿਆਂ ਨੂੰ ਕੋਈ ਸ਼ਿਕਵਾ ਨਾ ਤੁਹਾਡੇ ਤੇ ਹੋਵੇ। ਮਾਪੇ ਨੂੰ ਆਸ਼ੀਰਵਾਦਾਂ ਹੀ ਤੁਹਾਡੇ ਲਈ ਅੰਦਰੋਂ, ਦੋਨਾਂ ਮਾਪੇ, ਦੋਨ ਪਤਨੀ ਦੇ ਤੇ ਪਤੀ ਦੇ, ਦੋਹਾਂ ਦੇ ਮਾਪੇ ਦਾ ਆਸ਼ੀਰਵਾਦ ਤੁਹਾਨੂੰ ਮਿਲੇ। ਪਤੀ ਪਤਨੀ ਦੇ ਮਾਪੇ ਨੂੰ ਪਿਆਰ ਰੱਜ ਕੇ ਦੇਵੇ ਤੇ ਪਤਨੀ ਪਤੀ ਦੇ ਮਾਂ ਪਿਓ ਨੂੰ ਪਿਆਰ ਰੱਜ ਕੇ ਦੇਵੇ। ਕਿਉਂ? ਕਿ ਉਹਨਾਂ ਨੇ ਤੁਹਾਨੂੰ ਬਿਨਾਂ ਲਾਲਚ ਤੋਂ ਸਗਾਤਾਂ ਦੇ ਦਿੱਤੀਆਂ ਆ, ਇੱਕ ਦੂਜੇ ਦੇ ਸਾਥੀ ਬਣਨ ਨੂੰ। ਉਹਨਾਂ ਨੇ ਉਮਰ ਗਾਲੀ ਆ, ਇਹ ਬੂਟੇ ਵੱਡੇ ਕਰਨ ਨੂੰ ਉਮਰ ਗਾਲੀ ਆ। ਉਹ ਜਿੱਥੇ ਵੀ ਮੁੱਕਦੀ ਗੱਲ, ਜਿੱਥੇ ਤੁਹਾਡਾ ਮਾਂ ਪਿਓ ਆ ਨਾ, ਜੇ ਕਿਸੇ ਨੇ ਆਪਣੇ ਮਾਂ ਪਿਓ ਨੂੰ ਤਿਆਗ ਕੇ ਘਰੋਂ ਬਾਹਰ ਰੱਖਿਆ ਹੋਇਆ ਤੇ ਜਿਹੜਾ ਬੰਦਾ ਰੱਬ ਨੂੰ ਮਿਲਣਾ ਚਾਹੂਗਾ ਨਾ,
ਉਹਦਾ ਮਨ ਛਿੱਦ ਜਾਊਗਾ ਤੇ ਉਹ ਜ਼ਰੂਰ ਭੱਜਾ ਜਾਊਗਾ। ਉਹ ਜ਼ਰੂਰ ਆਪਣੇ ਮਾਂ ਤੇ ਪੇ ਨੂੰ ਗਲਵੱਕੜੀ ਪਾਊਗਾ, ਗੋਦ 'ਚ ਸਿਰ ਰੱਖੂਗਾ ਤੇ ਯਾਦ ਕਰੂਗਾ ਕਿ ਮੈਨੂੰ ਜਦ ਮੈਂ ਨਿੱਕਾ ਜਿਹਾ ਸੀ, ਮੈਂ ਹਜ਼ਾਰਾਂ ਬਾਜਾਂ ਮਾਰਦਾ ਸੀ ਤੇ ਮੇਰਾ ਪੇ ਤੇ ਮੇਰੇ ਮਾਂ ਮੈਨੂੰ ਜੱਫੀ 'ਚ ਲੈ ਕੇ ਤੇ ਕਿਸ ਕਰ ਕਰਕੇ ਖੁਸ਼ ਹੋ ਕੇ ਤੇ ਮੈਂ ਬਾਰ-ਬਾਰ ਪੁੱਛਦਾ ਸੀ, ਆਹ ਕੀ ਮਮਾ, ਆਹ ਕੀ, ਤੇ ਉਹ ਦੱਸਦੇ ਥੱਕਦੇ ਨਹੀਂ ਸੀ। ਤੇ ਅੱਜ ਮਾਂ ਦੀ ਮੈਮਰੀ ਕਮਜ਼ੋਰ ਆ ਤੇ ਪੇ ਦੀ ਮੈਮਰੀ ਕਮਜ਼ੋਰ ਆ ਤੇ 2 ਵਾਰੀ ਗੱਲ ਪੁੱਤ ਨੂੰ ਪੁੱਛ ਲੈਣ ਧੀ ਨੂੰ, ਉਹ ਤੈਨੂੰ ਪਤਾ ਨਹੀਂ ਲੱਗਦਾ ਇੰਨੀ ਵਾਰੀ ਤੈਨੂੰ ਗੱਲ ਦੱਸੀ ਆ। ਅਸੀਂ ਅੱਕ ਜਾਂਦੇ ਹਾਂ। ਅਸੀਂ ਨਾ ਆਖੀਏ ਓਏ ਅਸੀਂ ਓਨਾ ਪਿਆਰ ਤਾਂ ਮਾਂ ਪਿਓ ਨੂੰ ਕੀ ਦੇਣਾ ਜਿੰਨਾ ਸਾਨੂੰ ਉਹਨਾਂ ਨੇ ਦਿੱਤਾ। ਅਸੀਂ 5% ਹੀ ਪਿਆਰ ਦੇ ਦਈਏ ਤੇ ਅਸੀਂ ਉਹਨਾਂ ਦਾ ਅਦਾ ਨਹੀਂ ਕਰ ਸਕਦੇ। 5% ਵੀ ਕਿਤੇ ਦੇ ਦੇਈਏ। ਧਿਆਨ ਮਾਰੋ ਆਪਣੇ ਹਿਰਦੇ 'ਚ। ਧਿਆਨ ਦੋਸਤਾਂ ਮਿੱਤਰਾਂ ਦੇ ਵਿੱਚ ਬਹਿਣ ਨੂੰ ਤੁਹਾਡੇ ਕੋਲ ਘੰਟਿਆਂ ਦੇ ਘੰਟੇ ਆ। ਬਗਾਨੇ ਬੰਦਿਆਂ 'ਚ ਬਹਿਣ ਨੂੰ ਘੰਟਿਆਂ ਦੇ ਘੰਟੇ ਆ। ਟੀਵੀਆਂ 'ਤੇ ਬਹਿਣ ਨੂੰ ਘੰਟਿਆਂ ਦੇ ਘੰਟੇ, ਔਰ ਮਾਂ ਪਿਓ ਦੇ ਕੋਲ ਬਹਿਣ ਨੂੰ ਤੁਹਾਡੇ ਕੋਲ 10 ਮਿੰਟ ਨਹੀਂ। ਮਾਂ ਪਿਓ ਦੇ ਨਾਲ ਗੱਲਾਂ ਕਰਨ ਨੂੰ ਤੁਹਾਡੇ ਕੋਲ 15 ਮਿੰਟ ਨਹੀਂ, ਤੁਹਾਡੇ ਕੋਲ 5 ਮਿੰਟ ਵੀ ਨਹੀਂ। ਕੀ ਕਰਦੇ ਆ ਤੁਸੀਂ? ਕਿਹੜੇ ਪਰਮਾਤਮਾ ਨੂੰ ਤੁਸੀਂ ਰਿਝਾ ਲਓਗੇ? ਕਿਹੜੇ ਪਰਮਾਤਮਾ ਨੂੰ ਤੁਸੀਂ ਖੁਸ਼ ਕਰ ਲਓਗੇ? ਕਦੀ ਵੀ ਨਹੀਂ, ਕਦੀ ਵੀ ਨਹੀਂ। ਭਾਵੇਂ ਹਾਂ ਮਾਂ ਪਿਓ ਤੋਂ ਕੋਈ ਬਹੁਤ ਹੀ ਵੱਡੀ ਗਲਤੀ ਹੋ ਗਈ ਆ ਤੇ ਜੇ ਮਾਂ ਪਿਓ ਮਾਫੀ ਮੰਗਦਾ ਆ ਫਿਰ ਉਸ ਚੀਜ਼ ਦੀ ਮਾਂ ਪਿਓ ਨਿਰਮਤਾ 'ਚ ਆ ਕੇ ਕਹਿੰਦਾ ਬੱਚਿਆ ਮੇਰੇ ਤੋਂ ਗਲਤੀ ਹੋ ਗਈ, ਚਲੋ ਗਲਤੀ ਸਹੀ। ਕੌਣ ਨਹੀਂ ਗਲਤੀ ਕਰਦਾ? ਇਨਸਾਨ ਆ ਨਾ। ਇਨਸਾਨ ਤੋਂ ਤਾਂ ਮਾਪਿਆਂ ਤੋਂ ਵੀ ਹੁੰਦੀਆਂ, ਬੱਚਿਆਂ ਤੋਂ ਵੀ ਹੁੰਦੀਆਂ। ਤੇ ਫਿਰ ਉਹ ਕਾਹਦਾ ਬੱਚਾ ਜਿਹੜਾ ਮਾਂ ਪਿਓ ਆਪਣੇ ਨੂੰ ਮਾਫ ਨਾ ਕਰੇ ਤੇ ਗਲਵਕੜੀ ਨਾ ਪਾਵੇ ਤੇ ਮਾਂ ਪਿਓ ਦੇ ਕੋਲੋਂ ਮਾਫੀਆਂ ਮੰਗਵਾਵੇ? ਉਹ ਬੱਚਾ ਨਹੀਂ ਹੈ। ਉਹ ਨੇਕ ਬੱਚਾ ਕਦੀ ਨਹੀਂ ਹੋ ਸਕਦਾ। ਔਰ ਰੱਬ ਦਾ ਬੱਚਾ ਵੀ ਨਹੀਂ ਕਦੀ ਵੀ ਨਹੀਂ ਹੋ ਸਕਦਾ। ਰੱਬ ਉਹਨੂੰ ਕਦੀ ਵੀ ਆਪਣੀ ਗਲਵਕੜੀ 'ਚ ਨਹੀਂ ਲਊਗਾ। ਤੇ ਜਿਹੜਾ ਮਾਂ ਪਿਓ ਤੁਹਾਨੂੰ ਰੱਬ ਤੋਂ ਤੋੜੇ ਉਹ ਗੱਲ ਨਾ ਮੰਨਿਓ। ਜੇ ਕੋਈ ਰੱਬ ਤੋਂ ਦੂਰ ਕਰੇ ਮਾਂ ਪਿਓ ਹੋ ਕੇ ਰੱਬ ਤੋਂ, ਕਿਉਂਕਿ ਮੈਂ ਗੱਲਾਂ ਸੁਣੀਆਂ ਆ ਕਿ ਜਦੋਂ ਕੋਈ ਪ੍ਰਭੂ ਦੇ ਵਿੱਚ ਆਇਆ ਕਈਆਂ ਨੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਕੱਢ ਦਿੱਤਾ। ਤੂੰ ਤਾਂ ਸਾਨੂੰ ਦਾਗ ਲਾਤਾ, ਤੂੰ ਤਾਂ ਧਰਮੀ ਹੋ ਗਿਆ, ਤੂੰ ਤਾਂ ਧਰਮ ਤਿਆਗ ਦਿੱਤਾ। ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਪੁੱਠੇ ਕੀੜੇ ਵੜੇ ਆ ਤੇ ਉਹਨਾਂ ਨੂੰ ਸਮਝ ਨਹੀਂ ਗੀ ਤੇ ਇਸ ਕਰਕੇ ਉਹ ਤੋੜਦੇ ਆ। ਤੇ ਕਈ ਧੀਆਂ ਪੁੱਤ ਆਪਣੇ ਮਾਂ ਪਿਓ ਨੂੰ ਤੋੜਦੇ ਆ ਤੇ ਕਹਿੰਦੇ ਆ ਓ ਹੋ ਤੂੰ ਕੀ ਕੀਤਾ? ਸਾਰੀ ਉਮਰ ਤੂੰ ਗੁਰਦੁਆਰੇ ਮੰਦਰ ਜਾਂਦਾ ਰਿਹਾ ਤੇ ਹੁਣ ਤੂੰ ਆ ਚੱਕ ਕੇ ਤੇ ਤੂੰ ਐਸਾਈ ਧਰਮ ਪਕੜ ਲਿਆ। ਓਏ ਲੋਕੋ ਪਿਆਰਿਓ, ਰੱਬ ਦਿਓ ਬੱਚਿਓ, ਇਹ ਕੋਈ ਧਰਮ ਨਹੀਂ ਹੈਗਾ। ਧਰਮ ਤੇ ਸਾਨੂੰ ਗੁਰੂ ਨਾਨਕ ਨੇ ਵੀ ਦੁਆਈ ਦਿੱਤੀ ਸੀ ਵੀ ਧਰਮ ਕੋਈ ਨਹੀਂ ਹੈਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਅਸੀਂ ਸਿੱਖਣ ਆਏ ਆ। ਇਹ ਸਿੱਖਣ ਆਏ ਆ। ਜਿਹੜੇ ਧਰਮਾਂ 'ਚ ਫਸਦੇ ਉਹ ਕਦੀ ਰੱਬ ਨੂੰ ਪਾ ਨਹੀਂ ਸਕਦੇ, ਕਤਈ ਨਹੀਂ ਪਾ ਸਕਦੇ। ਧਰਮਾਂ 'ਚੋਂ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਤੇ ਇੱਧਰ ਲਾਉਣਾ। ਗੱਲ ਕੀ ਨਾ ਮੱਕੇ ਦੀ ਨਾ ਮੰਦਰ ਦੀ ਗੱਲ ਸਮਝ ਲੱਗੀ ਤੇ ਗੱਲ ਅੰਦਰ ਦੀ। ਫਿਰ ਉਦੋਂ ਅੰਦਰ ਦੀ ਜਦੋਂ ਸਮਝ ਲੱਗੀ ਸੀ ਉਹ ਧਰਮ ਆ ਅਸਲੀ। ਅਸੀਂ ਜਿਹੜੇ ਭੁੱਲੇ ਬੈਠੇ ਆ, ਸਾਡਾ ਆਦਮ ਤੇ ਹਵਾ ਪਿਤਾ ਆ। ਸਾਰਿਆਂ ਦੀ ਆਦਮ ਪਿਤਾ ਤੇ ਹਵਾ ਸਾਡੀ ਮਾਂ ਆ। ਚੇਤੇ ਕਰ ਲਓ ਆਪਣੇ ਪਿਛੋਕੜ ਨੂੰ ਜਰਾ ਕੁ। ਕਿੱਥੋਂ ਛੁੱਟੇ ਬੈਠੇ ਆ ਅਸੀਂ, ਕਿੱਥੋਂ ਛੁੱਟੇ ਬੈਠੇ ਆ ਅਸੀਂ। ਚੰਗੀ ਤਰ੍ਹਾਂ ਚੇਤੇ ਕਰ ਲਓ ਤੇ ਆਪਣੇ ਜਿੱਥੇ ਆ ਮਾਂ ਪਿਓ ਦੀ ਗੱਲ ਤੁਹਾਨੂੰ ਟੁੰਬ ਜਾਵੇ। ਹੁਣ ਆਪਾਂ ਇਹ ਪੜ੍ਹੇ ਤੇ ਹੁਣ ਦੂਜੇ ਗੀਤ ਵਿੱਚ ਦੂਜਾ ਨਿਊ ਟੈਸਟਮਨੀ ਦੇ ਵਿੱਚੋਂ ਆਪਾਂ ਕਰਾਂਗੇ। ਹੁਣ ਤੁਸੀਂ ਇਸ ਗੀਤ ਨੂੰ ਤੁਸੀਂ ਸੁਣੋ। ਪਹਿਲੇ ਗੀਤ ਨੂੰ ਆਪਾਂ ਸ਼ੁਰੂ ਕਰਦੇ ਹਾਂ। ਰਿਕਾਰਡਿੰਗ ਜਿਹੜੀ ਹੋਈ ਆ। ਹਾਲੇਲੂਇਆ, ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ ਤੇਰਾ, ਧੰਨਵਾਦ। ਹਾਲੇਲੂਇਆ, ਧੰਨਵਾਦ, ਧੰਨਵਾਦ। ਹਾਲੇਲੂਇਆ, ਧੰਨਵਾਦ ਹੋ, ਧੰਨਵਾਦ, 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 ਧੰਨਵਾਦ ਹੋ ਲੋੜ ਪਰਮੇਸ਼ਰ ਤੇਰਾ, ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ। ਹਾਲੇਲੂਇਆ, 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 ਧੰਨਵਾਦ, ਧੰਨਵਾਦ, ਧੰਨਵਾਦ। ਹਾਲੇਲੂਇਆ, ਧੰਨਵਾਦ, ਧੰਨਵਾਦ, ਧੰਨਵਾਦ ਹੋ ਰਾ ਬਾਬਾ ਬਾਬਾ ਬਾਬਾ। ਧੰਨਵਾਦ ਹੋ, ਧੰਨਵਾਦ। ਮਾਸਾ ਸਿੱਕੇ ਬੇਰੇ 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 ਵੀ ਆ ਸਾਰਾ ਗਾਮਾ ਮਾਮਾ ਮਾਸੇ ਕੇ ਬੇਰੇ ਬੇਰੇ। ਧੰਨਵਾਦ, ਧੰਨਵਾਦ, ਧੰਨਵਾਦ। ਹਾਲੇਲੂਇਆ, ਧੰਨਵਾਦ, 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 ਧੰਨਵਾਦ। ਹੁਣ ਜਾ ਸੱਚੇ ਰਸਤੇ ਦਾ ਤੂੰ ਪਾਂਦੀ, ਬੰਦਗੀ ਕਰ ਬੰਦਿਆ, ਤੇਰੀ ਉਮਰ ਬੀਤਦੀ ਜਾਂਦੀ, ਬੰਦਗੀ ਕਰ ਬੰਦਿਆ। ਹੁਣ ਜਾ ਸੱਚੇ ਰਸਤੇ ਦਾ ਤੂੰ ਪਾਂਦੀ, ਬੰਦਗੀ ਕਰ ਬੰਦਿਆ,
ਨਿੰਦਾ ਚੁਗਲੀ ਤੋਂ ਬਚ ਕੇ ਰਹਿਣਾ ਬੰਦਗੀ ਕਰ ਬੰਦਿਆ ਨਿੰਦਾ ਚੁਗਲੀ ਤੋਂ ਬਚ ਕੇ ਰਹਿਣਾ ਬੰਦਗੀ ਕਰ ਬੰਦਿਆ ਨਹੀਂ ਤੇ ਪਉ ਨਰਕਾਂ ਦਾ ਦੁੱਖ ਸਹਿਣਾ ਬੰਦਗੀ ਕਰ ਬੰਦਿਆ ਚੰਗੇ ਕਰਮ ਤੂੰ ਬੰਦਿਆ ਕਮਾਵੀਂ ਮਿਲਣਾ ਜੇ ਸਤਿਗੁਰ ਨੂੰ ਧੀਆਂ ਭੈਣਾਂ ਦੀ ਕਮਾਈ ਨਾ ਤੂੰ ਖਾਵੀਂ ਮਿਲਣਾ ਜੇ ਸਤਿਗੁਰ ਨੂੰ ਧੀਆਂ ਭੈਣਾਂ ਦੀ ਕਮਾਈ ਨਾ ਤੂੰ ਖਾਵੀਂ ਮਿਲਣਾ ਜੇ ਸਤਿਗੁਰ ਨੂੰ ਚੰਗੇ ਕਰਮ ਤੂੰ ਬੰਦਿਆ ਕਮਾਵੀਂ ਮਿਲਣਾ ਜੇ ਸਤਿਗੁਰ ਨੂੰ ਬੇਈਮਾਨੀ ਦਾ ਪੈਸਾ ਨਾ ਤੂੰ ਖਾਵੀਂ ਮਿਲਣਾ ਜੇ ਸਤਿਗੁਰ ਨੂੰ ਬੇਈਮਾਨੀ ਦਾ ਪੈਸਾ ਨਾ ਤੂੰ ਖਾਵੀਂ ਮਿਲਣਾ ਜੇ ਸਤਿਗੁਰ ਨੂੰ ਚੰਗੇ ਕਰਮ ਤੂੰ ਬੰਦਿਆ ਕਮਾਵੀਂ ਮਿਲਣਾ ਜੇ ਸਤਿਗੁਰ ਨੂੰ ਹੱਥੋਂ ਦੇ ਕੇ ਤੂੰ ਸ਼ੁਕਰ ਮਨਾਵੀਂ ਮਿਲਣਾ ਜੇ ਸਤਿਗੁਰ ਨੂੰ ਹੱਥੋਂ ਦੇ ਕੇ ਤੂੰ ਸ਼ੁਕਰ ਮਨਾਵੀਂ ਮਿਲਣਾ ਜੇ ਸਤਿਗੁਰ ਨੂੰ ਹਾਲੇਲੂਇਆ 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 ਧੰਨਵਾਦ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਨਾਮ